ਦੋਸਤੋ, ਜ਼ਿੰਦਗੀ ਵਿੱਚ ਹਮੇਸ਼ਾ ਦੋ ਤਰ੍ਹਾਂ ਦੇ ਲੋਕਾਂ ਤੋਂ ਸਾਵਧਾਨ ਰਹੋ। ਪਹਿਲੇ ਉਹ ਜੋ ਤੁਹਾਡੇ ਵਿੱਚ ਉਹ ਕਮੀ ਦੱਸਣ ਜੋ ਤੁਹਾਡੇ ਵਿੱਚ ਹੈ ਹੀ ਨਹੀਂ, ਤੇ ਦੂਜੇ ਉਹ ਜੋ ਤੁਹਾਡੇ ਵਿੱਚ ਉਹ ਖੂਬੀ ਦੱਸਣ ਜੋ ਤੁਹਾਡੇ ਵਿੱਚ ਹੈ ਹੀ ਨਹੀਂ। ਹੈਲੋ ਦੋਸਤੋ, ਰੂਹਾਨੀ ਗੁਰੂ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਬਹੁਤ ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਨਗਰ ਵਿੱਚ ਇੱਕ ਰਾਜਾ ਰਾਜ ਕਰਿਆ ਕਰਦਾ ਸੀ, ਜਿਸ ਦੇ ਕੋਈ ਵੀ ਔਲਾਦ ਨਹੀਂ ਸੀ ਤੇ ਉਹ ਆਪਣਾ ਉੱਤਰਾਧਿਕਾਰੀ ਚੁਣ ਨਹੀਂ ਪਾ ਰਿਹਾ ਸੀ। ਤੇ ਹੁਣ ਰਾਜੇ ਦੀ ਵੀ ਉਮਰ ਹੋ ਚੱਲੀ ਸੀ, ਉਹ ਬੁੱਢਾ ਹੋ ਗਿਆ ਸੀ ਤੇ ਹੁਣ ਜ਼ਰੂਰਤ ਸੀ ਉਸ ਰਾਜ ਨੂੰ ਇੱਕ ਨਵਾਂ ਰਾਜਾ ਦੇਣ ਦੀ। ਰਾਜੇ ਨੇ ਆਪਣੇ ਮੰਤਰੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਅਡਾਪਟ ਕਰ ਲਵੋ। ਫਿਰ ਕਿਸੇ ਨੇ ਕਿਹਾ ਕਿ ਰਾਜਾ ਸਾਹਿਬ, ਤੁਹਾਨੂੰ ਅਡਾਪਟ ਕਰਨ ਦੀ ਕੀ ਜ਼ਰੂਰਤ ਹੈ, ਤੁਸੀਂ ਆਪਣੇ ਰਾਜ ਵਿੱਚੋਂ ਹੀ ਕਿਸੇ ਮੰਤਰੀ ਨੂੰ ਚੁਣ ਕੇ ਆਪਣਾ ਰਾਜਾ ਬਣਾ ਦਿਓ। ਰਾਜੇ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਤੇ ਫਿਰ ਕਿਸੇ ਨੇ ਰਾਜੇ ਨੂੰ ਕਿਹਾ ਕਿ ਤੁਸੀਂ ਕੰਪੀਟੀਸ਼ਨ ਰਖਵਾ ਦਿਓ, ਕੰਪੀਟੀਸ਼ਨ ਕਰਵਾ ਕੇ ਦੇਖ ਲਵੋ। ਰਾਜੇ ਨੂੰ ਇਹ ਸਲਾਹ ਥੋੜੀ ਠੀਕ ਲੱਗੀ ਤਾਂ ਰਾਜੇ ਨੇ ਕਿਹਾ ਕਿ ਕੋਈ ਵੀ ਕੰਪੀਟੀਸ਼ਨ ਨਹੀਂ ਹੋਵੇਗਾ, ਸਿੰਪਲ ਜਿਹਾ ਇੰਟਰਵਿਊ ਹੋਵੇਗਾ। ਜੋ ਵੀ ਆਵੇਗਾ ਸਿੱਧਾ ਆ ਕੇ ਮੇਰੇ ਨਾਲ ਗੱਲ ਕਰੇਗਾ ਤੇ ਮੈਂ ਉਸ ਦੇ ਨਾਲ ਗੱਲ ਕਰਕੇ ਪਹਿਚਾਣ ਲਵਾਂਗਾ ਕਿ ਉਹ ਅਗਲਾ ਰਾਜਾ ਬਣਨ ਦੇ ਕਾਬਿਲ ਹੈ ਜਾਂ ਨਹੀਂ ਹੈ। ਫਿਰ ਕਿਸੇ ਨੇ ਕਿਹਾ ਕਿ ਤੁਸੀਂ ਇਸ ਦੇ ਵਿੱਚ ਕ੍ਰਾਈਟੇਰੀਆ ਰਖਵਾ ਦੇਵੋ ਕਿ ਕਿਸ ਕਿਸ ਤਰ੍ਹਾਂ ਦੇ ਲੋਕ ਇੰਟਰਵਿਊ ਦੇ ਲਈ ਆ ਸਕਦੇ ਹਨ। ਤਾਂ ਰਾਜੇ ਨੇ ਕਿਹਾ ਕਿ ਨਹੀਂ, ਕੋਈ ਵੀ ਆ ਸਕਦਾ ਹੈ, ਕਿਸੇ ਵੀ ਉਮਰ ਦਾ ਵਿਅਕਤੀ ਆ ਸਕਦਾ ਹੈ ਤੇ ਅਗਲੇ ਰਾਜੇ ਦੇ ਲਈ ਇੰਟਰਵਿਊ ਦੇ ਸਕਦਾ ਹੈ। ਤੇ ਫਿਰ ਇੰਟਰਵਿਊ ਦੀ ਗੱਲ ਸਾਰੇ ਰਾਜ ਵਿੱਚ ਫੈਲ ਗਈ। ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗਣ ਲੱਗਾ, ਪਿੰਡਾਂ ਤੋਂ ਹੋ ਕੇ ਕਸਬਿਆਂ ਵਿੱਚ ਪਹੁੰਚ ਗਈ ਤਾਂ ਸਭ ਤਰ੍ਹਾਂ ਦੇ ਲੋਕ ਰਾਜ ਮਹਿਲ ਵਿੱਚ ਪਹੁੰਚਣ ਲੱਗੇ। ਰਾਜੇ ਦੇ ਰਾਜ ਵਿੱਚ ਹੀ ਇੱਕ ਛੋਟਾ ਜਿਹਾ ਪਿੰਡ ਸੀ, ਉੱਥੇ ਇੱਕ ਲੜਕਾ ਰਹਿੰਦਾ ਸੀ ਜੋ ਕਿ ਖੇਤੀ ਕਰਿਆ ਕਰਦਾ ਸੀ। ਉਸ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਮੈਂ ਵੀ ਇੰਟਰਵਿਊ ਦੇਣ ਦੇ ਲਈ ਜਾਣਾ ਚਾਹੁੰਦਾ ਹਾਂ। ਤਾਂ ਉਸਦੇ ਪਿਤਾ ਨੇ ਕਿਹਾ ਕਿ ਦੇਖ ਲੈ, ਮੈਨੂੰ ਨਹੀਂ ਲੱਗਦਾ ਕੁਝ ਬਣੇਗਾ। ਤਾਂ ਲੜਕੇ ਨੇ ਕਿਹਾ ਕਿ ਮੈਂ ਇੱਕ ਵਾਰੀ ਤਾਂ ਕੋਸ਼ਿਸ਼ ਕਰਾਂਗਾ, ਬਾਕੀ ਉਹ ਮਾਲਕ ਜਾਣੇ। ਤਾਂ ਲੜਕੇ ਦੇ ਘਰਦਿਆਂ ਨੇ ਉਸ ਨੂੰ ਹਾਂ ਕਹਿ ਦਿੱਤੀ ਤੇ ਉਹ ਤਿਆਰ ਸੀ ਇੰਟਰਵਿਊ ਦੇਣ ਜਾਣ ਦੇ ਲਈ। ਪਰ ਹੁਣ ਸਵਾਲ ਇਹ ਸੀ ਕਿ ਉਸਦੇ ਕੋਲ ਪਹਿਨਣ ਦੇ ਲਈ ਢੰਗ ਦੇ ਕੱਪੜੇ ਨਹੀਂ ਸਨ। ਉਹ ਸੋਚਣ ਲੱਗਾ ਕਿ ਇਹਨਾਂ ਘਸੇ ਪਿਟੇ ਕੱਪੜਿਆਂ ਦੇ ਵਿੱਚ ਮੈਂ ਇੰਟਰਵਿਊ ਕਿਸ ਤਰ੍ਹਾਂ ਦੇਵਾਂਗਾ। ਪਤਾ ਨਹੀਂ ਜਦੋਂ ਰਾਜਾ ਮੈਨੂੰ ਪਹਿਲੀ ਵਾਰ ਮਿਲੇਗਾ, ਮੈਨੂੰ ਦੇਖੇਗਾ ਤਾਂ ਉਸਦਾ ਰਿਐਕਸ਼ਨ ਕੀ ਹੋਵੇਗਾ। ਤਾਂ ਉਸਨੇ ਆਪਣੇ ਪਿਤਾ ਨੂੰ ਕਿਹਾ ਕਿ ਕੀ ਕੁਝ ਪੈਸੇ ਮਿਲ ਸਕਦੇ ਹਨ। ਉਸਦੇ ਘਰ ਵਿੱਚ ਜ਼ਿਆਦਾ ਪੈਸੇ ਵੀ ਨਹੀਂ ਸਨ ਤਾਂ ਜਿਵੇਂ ਤਿਵੇਂ ਕਰਕੇ ਉਸਦੇ ਪਿਤਾ ਨੇ ਉਧਾਰ ਲੈ ਕੇ ਉਸ ਨੂੰ ਕੁਝ ਪੈਸੇ ਦਿੱਤੇ ਤੇ ਫਿਰ ਉਸਨੇ ਉਹਨਾਂ ਪੈਸਿਆਂ ਦੇ ਨਾਲ ਇੱਕ ਚੰਗੀ ਜੈਕਟ ਖਰੀਦੀ ਤੇ ਉਸ ਨੂੰ ਆਪਣੇ ਘਸੇ ਪਿਟੇ ਕੱਪੜਿਆਂ ਦੇ ਉੱਪਰ ਦੀ ਪਹਿਨ ਲਿਆ ਤੇ ਫਿਰ ਇੰਟਰਵਿਊ ਦੇਣ ਦੇ ਲਈ ਚੱਲ ਪਿਆ। ਤੇ ਜਾਂਦੇ ਜਾਂਦੇ ਉਹ ਇਹ ਸੋਚ ਰਿਹਾ ਸੀ ਕਿ ਮੇਰੇ ਕੋਲੋਂ ਕਿਸ ਤਰ੍ਹਾਂ ਦੇ ਸਵਾਲ ਪੁੱਛੇ ਜਾਣਗੇ, ਮੈਂ ਉਹਨਾਂ ਦੇ ਜਵਾਬ ਕੀ ਦੇਣੇ ਹਨ। ਸਵਾਲਾਂ ਦੀ ਉਧੇੜ-ਬੁਣ ਵਿੱਚ ਉਹ ਚੱਲਦਾ ਜਾ ਰਿਹਾ ਸੀ। ਤਾਂ ਫਿਰ ਉਹ ਜਿਸ ਨਗਰ ਵਿੱਚ ਰਾਜ ਮਹਿਲ ਸੀ ਉਸ ਵਿੱਚ ਐਂਟਰ ਕਰ ਗਿਆ। ਉਸ ਨੂੰ ਹੁਣ ਰਾਜ ਮਹਿਲ ਦਿਖਾਈ ਦੇਣ ਲੱਗ ਗਿਆ ਸੀ। ਉਦੋਂ ਹੀ ਉਸ ਦੀ ਨਜ਼ਰ ਇੱਕ ਭਿਖਾਰੀ ਤੇ ਪਈ ਜੋ ਸੜਕ ਦੇ ਕਿਨਾਰੇ ਬੈਠ ਕੇ ਭੀਖ ਮੰਗ ਰਿਹਾ ਸੀ। ਸਰਦੀ ਦਾ ਮੌਸਮ ਹੋਣ ਕਰਕੇ ਉਹ ਕੰਬ ਰਿਹਾ ਸੀ ਕਿਉਂਕਿ ਉਸ ਦੇ ਸਰੀਰ ਉੱਤੇ ਪੂਰੇ ਕੱਪੜੇ ਵੀ ਨਹੀਂ ਸਨ। ਤੇ ਫਿਰ ਜਿਵੇਂ ਹੀ ਉਹ ਲੜਕਾ ਉਸ ਭਿਖਾਰੀ ਦੇ ਕੋਲੋਂ ਲੰਘਣ ਲੱਗਾ ਤਾਂ ਭਿਖਾਰੀ ਨੇ ਉਸ ਲੜਕੇ ਨੂੰ ਰੋਕਦੇ ਹੋਏ ਕਿਹਾ ਕਿ ਭਾਈ ਸਾਹਿਬ, ਕੀ ਤੁਸੀਂ ਮੇਰੀ ਕੁਝ ਮਦਦ ਕਰ ਦਿਓਗੇ, ਮੈਨੂੰ ਕੁਝ ਪਹਿਨਣ ਦੇ ਲਈ ਦੇ ਦਿਓਗੇ। ਤਾਂ ਉਸ ਲੜਕੇ ਦੇ ਕੋਲ ਤਾਂ ਕੁਝ ਵੀ ਨਹੀਂ ਸੀ, ਉਸਦੇ ਕੋਲ ਤਾਂ ਕੋਈ ਵੀ ਪੈਸਾ ਨਹੀਂ ਸੀ। ਉਹ ਥੋੜ੍ਹਾ ਬਹੁਤ ਖਾਣ ਪੀਣ ਦਾ ਸਮਾਨ ਆਪਣੇ ਨਾਲ ਲੈ ਕੇ ਆਇਆ ਸੀ, ਇਸ ਤੋਂ ਇਲਾਵਾ ਉਸਦੇ ਕੋਲ ਕੁਝ ਵੀ ਨਹੀਂ ਸੀ। ਤੇ ਫਿਰ ਉਹ ਸੋਚਣ ਲੱਗਾ ਕਿ ਇਸ ਭਿਖਾਰੀ ਨੂੰ ਤਾਂ ਕੱਪੜੇ ਹੀ ਚਾਹੀਦੇ ਹਨ, ਸਰਦੀ ਦੇ ਕਾਰਨ ਇਸ ਦਾ ਬੁਰਾ ਹਾਲ ਹੈ। ਤੇ ਫਿਰ ਉਸ ਦਾ ਧਿਆਨ ਆਪਣੀ ਜੈਕਟ ਵੱਲ ਗਿਆ ਜੋ ਕਿ ਬਹੁਤ ਹੀ ਮਿਹਨਤ ਮੁਸ਼ੱਕਤ ਦੇ ਬਾਅਦ ਉਸ ਨੂੰ ਮਿਲੀ ਸੀ, ਜੋ ਉਧਾਰ ਦੇ ਪੈਸਿਆਂ ਨਾਲ ਬਣੀ ਹੋਈ ਸੀ। ਤੇ ਉਸਨੇ ਸੋਚਿਆ ਸੀ ਕਿ ਚਲੋ ਇਸ ਦੇ ਨਾਲ ਇੰਪ੍ਰੈਸ਼ਨ ਚੰਗਾ ਪਵੇਗਾ, ਰਾਜੇ ਨੂੰ ਵਧੀਆ ਲੱਗੇਗਾ। ਪਰ ਉਸ ਭਿਖਾਰੀ ਦੀ ਹਾਲਤ ਦੇਖ ਕੇ ਉਸ ਨੂੰ ਬਹੁਤ ਤਰਸ ਆਇਆ ਤੇ ਉਸਦੇ ਮਨ ਨੇ ਕਿਹਾ ਕਿ ਚੱਲ ਇਹੀ ਜੈਕਟ ਉਤਾਰ ਕੇ ਦੇ ਦੇ। ਤੇ ਫਿਰ ਉਸ ਲੜਕੇ ਨੇ ਉਹੀ ਜੈਕਟ ਉਤਾਰ ਕੇ ਉਸ ਭਿਖਾਰੀ ਨੂੰ ਦੇ ਦਿੱਤੀ ਤੇ ਫਿਰ ਉਹ ਰਾਜ ਮਹਿਲ ਵਿੱਚ ਚਲਾ ਗਿਆ। ਉੱਥੇ ਪਹੁੰਚਿਆ ਤਾਂ ਸੈਨਿਕਾਂ ਨੇ ਕਿਹਾ ਕਿ ਇੱਥੇ ਸਰਾਂ ਦੇ ਵਿੱਚ ਇੰਤਜ਼ਾਰ ਕਰੋ, ਰਾਜਾ ਜੀ ਨੂੰ ਕੁਝ ਕੰਮ ਹੈ, ਉਹ ਜਲਦੀ ਹੀ ਆਉਣਗੇ ਤੇ ਤੁਹਾਡਾ ਇੰਟਰਵਿਊ ਲੈਣਗੇ। ਤੇ ਫਿਰ ਉਸਨੇ ਉੱਥੇ 2-3 ਘੰਟੇ ਆਰਾਮ ਕੀਤਾ ਤੇ ਫਿਰ ਉਸਦੇ ਇੰਟਰਵਿਊ ਦਾ ਟਾਈਮ ਹੋ ਗਿਆ। ਤੇ ਫਿਰ ਰਾਜੇ ਦੇ ਸੈਨਿਕਾਂ ਨੇ ਉਸ ਨੂੰ ਕਿਹਾ ਕਿ ਤੁਸੀਂ ਸਾਡੇ ਨਾਲ ਰਾਜੇ ਦੇ ਕਮਰੇ ਵਿੱਚ ਚੱਲੋ। ਲੜਕੇ ਦੇ ਉਹੀ ਘਿਸੇ ਪਿਟੇ ਕੱਪੜੇ ਪਹਿਨੇ ਹੋਏ ਸੀ। ਉਸਨੇ ਆਪਣੇ ਵਾਲਾਂ ਨੂੰ ਥੋੜ੍ਹਾ ਸੈੱਟ ਕੀਤਾ ਤੇ ਉਹਨਾਂ ਸੈਨਿਕਾਂ ਦੇ ਨਾਲ ਚੱਲ ਪਿਆ ਤੇ ਮਨ ਵਿੱਚ ਇਹੀ ਸੋਚਦਾ ਜਾ ਰਿਹਾ ਹੈ ਕਿ ਹੁਣ ਕੀ ਹੋਵੇਗਾ। ਹੁਣ ਤਾਂ ਉਹ ਜੈਕਟ ਵੀ ਚਲੀ ਗਈ, ਸਭ ਕੁਝ ਖਤਮ ਹੋਣ ਵਾਲਾ ਹੈ, ਸਭ ਕੁਝ ਹੀ ਵਿਗੜ ਗਿਆ ਹੈ। ਪਰ ਕੋਈ ਗੱਲ ਨਹੀਂ, ਜੇਕਰ ਮੈਂ ਇੱਥੇ ਆ ਹੀ ਗਿਆ ਹਾਂ ਤਾਂ ਕਮ ਸੇ ਕਮ ਆਪਣੇ ਪਿਤਾ ਨੂੰ ਇਹ ਤਾਂ ਕਹਾਂਗਾ ਕਿ ਮੈਂ ਰਾਜੇ ਨੂੰ ਮਿਲ ਕੇ ਆਇਆ ਹਾਂ। ਤੇ ਫਿਰ ਉਹ ਰਾਜੇ ਦੇ ਕਮਰੇ ਵਿੱਚ ਪਹੁੰਚਿਆ ਪਰ ਰਾਜਾ ਉੱਥੇ ਨਹੀਂ ਸੀ। ਤੇ ਜਦੋਂ ਥੋੜ੍ਹੇ ਚਿਰ ਬਾਅਦ ਰਾਜਾ ਉੱਥੇ ਆਇਆ ਤਾਂ ਉਸਦੇ ਪੈਰਾਂ ਦੇ ਹੇਠਾਂ ਤੋਂ ਜ਼ਮੀਨ ਖਿਸਕ ਗਈ। ਉਸ ਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੇਰੇ ਨਾਲ ਕੀ ਹੋ ਗਿਆ। ਉਹ ਜੋ ਰਾਜਾ ਸੀ ਉਹ ਹੋਰ ਕੋਈ ਨਹੀਂ, ਉਹ ਉਹੀ ਭਿਖਾਰੀ ਸੀ ਜੋ ਥੋੜ੍ਹੀ ਦੇਰ ਪਹਿਲਾਂ ਉਸ ਨੂੰ ਰਸਤੇ ਵਿੱਚ ਭੀਖ ਮੰਗਦਾ ਹੋਇਆ ਮਿਲਿਆ ਸੀ।
ਜਿਸ ਨੇ ਉਸਦੇ ਕੋਲੋਂ ਉਹ ਅਣਮੋਲ ਜੈਕਟ ਲੈ ਲਈ ਸੀ ਤੇ ਹੁਣ ਉਹੀ ਭਿਖਾਰੀ ਰਾਜੇ ਦੇ ਰੂਪ ਵਿੱਚ ਉਸਦੇ ਸਾਹਮਣੇ ਖੜਾ ਸੀ। ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਰਿਐਕਸ਼ਨ ਦੇਵਾਂ। ਉਸਨੇ ਬਸ ਇਸ਼ਾਰਿਆਂ ਦੇ ਨਾਲ ਹੀ ਪੁੱਛਿਆ ਕਿ ਕੀ ਤੁਸੀਂ ਉਹੀ ਹੋ ਜੋ ਮੈਨੂੰ ਕੁਝ ਦੇਰ ਪਹਿਲਾਂ ਰਸਤੇ ਵਿੱਚ ਮਿਲੇ ਸੀ? ਤਾਂ ਰਾਜੇ ਨੇ ਕਿਹਾ ਕਿ ਹਾਂ, ਮੈਂ ਉਹੀ ਭਿਖਾਰੀ ਹਾਂ ਜੋ ਥੋੜ੍ਹੀ ਦੇਰ ਪਹਿਲਾਂ ਤੈਨੂੰ ਭੀਖ ਮੰਗਦਾ ਹੋਇਆ ਰਸਤੇ ਵਿੱਚ ਮਿਲਿਆ ਸੀ ਤੇ ਜਿਸ ਨੇ ਤੇਰੇ ਕੋਲੋਂ ਉਹ ਜੈਕਟ ਲੈ ਲਈ। ਰਾਜੇ ਦੇ ਮੂੰਹੋਂ ਇਹ ਗੱਲ ਸੁਣ ਕੇ ਹੁਣ ਉਸ ਲੜਕੇ ਨੂੰ ਥੋੜ੍ਹੀ ਹਿੰਮਤ ਆਈ ਤਾਂ ਉਸਨੇ ਪੁੱਛਿਆ ਕਿ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ? ਤੁਸੀਂ ਮੇਰੀ ਇਹ ਕਿਹੜੀ ਪ੍ਰੀਖਿਆ ਲਈ ਹੈ? ਇਹ ਕੀ ਤਰੀਕਾ ਹੈ? ਮੇਰੇ ਕੋਲ ਇੱਕ ਹੀ ਜੈਕਟ ਸੀ, ਉਹ ਵੀ ਤੁਸੀਂ ਲੈ ਲਈ ਤੇ ਹੁਣ ਤੁਸੀਂ ਹੀ ਇੱਥੇ ਰਾਜਾ ਬਣ ਕੇ ਖੜੇ ਹੋ। ਤੁਸੀਂ ਹੀ ਰਾਜਾ ਹੋ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਮੈਂ ਕੀ ਬੋਲਾਂ। ਤਾਂ ਰਾਜੇ ਨੇ ਕਿਹਾ ਕਿ ਤੂੰ ਰਿਲੈਕਸ ਹੋ ਜਾ, ਪਰੇਸ਼ਾਨ ਨਾ ਹੋ, ਪਹਿਲਾਂ ਤੂੰ ਪਾਣੀ ਪੀ, ਮੈਂ ਤੈਨੂੰ ਸਭ ਕੁਝ ਸਮਝਾਉਣਾ ਹਾਂ। ਰਾਜੇ ਨੇ ਉਸ ਨੂੰ ਪਾਣੀ ਪਿਲਾਇਆ ਤੇ ਫਿਰ ਉਸ ਨੂੰ ਸਮਝਾਇਆ ਕਿ ਜੇਕਰ ਮੈਂ ਰਾਜਾ ਬਣ ਕੇ ਤੇਰੇ ਸਾਹਮਣੇ ਆਉਂਦਾ, ਤੈਨੂੰ ਜੋ ਕੁਝ ਵੀ ਕਰਨ ਦੇ ਲਈ ਕਹਿੰਦਾ ਤੂੰ ਉਹ ਸਭ ਕਰ ਦਿੰਦਾ, ਦੁਨੀਆ ਦਾ ਕੋਈ ਵੀ ਕੰਮ ਕਰ ਦਿੰਦਾ ਮੈਨੂੰ ਖੁਸ਼ ਕਰਨ ਦੇ ਲਈ, ਅਗਲਾ ਰਾਜਾ ਬਣਨ ਦੇ ਲਈ। ਪਰ ਮੈਂ ਤੇਰੇ ਸਾਹਮਣੇ ਸਭ ਤੋਂ ਪਹਿਲਾਂ ਇੱਕ ਭਿਖਾਰੀ ਬਣ ਕੇ ਆਇਆ ਕਿਉਂਕਿ ਮੈਂ ਤੇਰੇ ਅਸਲੀ ਚਰਿੱਤਰ ਨੂੰ ਜਾਣਨਾ ਚਾਹੁੰਦਾ ਸੀ, ਅਸਲੀ ਕਰੈਕਟਰ ਨੂੰ ਜਾਣਨਾ ਚਾਹੁੰਦਾ ਸੀ ਕਿ ਤੂੰ ਅੰਦਰ ਤੋਂ ਕਿਸ ਤਰ੍ਹਾਂ ਦਾ ਇਨਸਾਨ ਹੈ। ਸਰਦੀ ਦਾ ਮੌਸਮ ਹੈ, ਮੈਂ ਠੰਡ ਦੇ ਕਾਰਨ ਕੰਬ ਰਿਹਾ ਸੀ, ਭਿਖਾਰੀ ਬਣ ਕੇ ਤੇਰੇ ਕੋਲ ਆਇਆ ਤੇ ਤੇਰੇ ਕੋਲ ਸਿਰਫ ਇੱਕ ਹੀ ਜੈਕਟ ਸੀ, ਉਹ ਅਣਮੋਲ ਜੈਕਟ। ਮੈਨੂੰ ਨਹੀਂ ਲੱਗਦਾ ਤੇਰੇ ਕੋਲ ਹੋਰ ਜ਼ਿਆਦਾ ਕੱਪੜੇ ਹੋਣਗੇ, ਤੇਰੇ ਘਰ ਵਿੱਚ ਵੀ ਬਹੁਤ ਤੰਗੀ ਹੋਵੇਗੀ, ਪਰ ਤੂੰ ਫਿਰ ਵੀ ਮੈਨੂੰ ਉਹ ਜੈਕਟ ਦੇ ਦਿੱਤੀ। ਬੜੀ ਮੁਸ਼ਕਿਲ ਦੇ ਨਾਲ ਉਹ ਤੂੰ ਜੈਕਟ ਲਈ ਹੋਵੇਗੀ, ਮੈਨੂੰ ਇਸ ਤਰ੍ਹਾਂ ਲੱਗਦਾ ਹੈ। ਸਭ ਤੋਂ ਪਹਿਲਾਂ ਤਾਂ ਤੂੰ ਆਪਣੀ ਇਹ ਜੈਕਟ ਲੈ ਤੇ ਹੁਣ ਤੋਂ ਤੂੰ ਇਸ ਰਾਜ ਦਾ ਨਵਾਂ ਰਾਜਾ ਹੈ। ਤਾਂ ਲੜਕੇ ਨੇ ਕਿਹਾ ਕਿ ਤੁਸੀਂ ਤਾਂ ਮੇਰੇ ਕੋਲ ਕੁਝ ਪੁੱਛਿਆ ਹੀ ਨਹੀਂ, ਇਹ ਕਿਹੜਾ ਤਰੀਕਾ ਹੋਇਆ ਅਗਲਾ ਰਾਜਾ ਅਨਾਉਂਸ ਕਰਨ ਦਾ? ਤਾਂ ਰਾਜੇ ਨੇ ਕਿਹਾ ਕਿ ਮੈਨੂੰ ਸਭ ਕੁਝ ਸਮਝ ਆ ਗਿਆ ਹੈ। ਜੋ ਇਨਸਾਨ ਦਿਲ ਤੋਂ ਚੰਗਾ ਹੁੰਦਾ ਹੈ, ਜੋ ਬਿਨਾਂ ਕਿਸੇ ਸਵਾਰਥ ਦੇ ਦੂਜਿਆਂ ਦੀ ਮਦਦ ਕਰਦਾ ਹੈ, ਜਿਸ ਨੂੰ ਬਦਲੇ ਵਿੱਚ ਕੁਝ ਵੀ ਨਹੀਂ ਚਾਹੀਦਾ, ਜਿਹਦੇ ਕੋਲ ਆਪਣੇ ਲਈ ਕੁਝ ਨਹੀਂ ਹੈ, ਉਸ ਦੇ ਬਾਅਦ ਵੀ ਉਹ ਸਾਹਮਣੇ ਵਾਲੇ ਦੀ ਮਦਦ ਕਰਨ ਦੇ ਲਈ ਤਿਆਰ ਹੋ ਜਾਂਦਾ ਹੈ, ਉਹੀ ਇਨਸਾਨ ਸਭ ਤੋਂ ਚੰਗਾ ਇਨਸਾਨ ਹੁੰਦਾ ਹੈ। ਇਸ ਲਈ ਮੈਨੂੰ ਆਪਣੇ ਰਾਜ ਦੇ ਲਈ ਇੱਕ ਐਸੇ ਰਾਜੇ ਦੀ ਤਲਾਸ਼ ਸੀ ਜੋ ਸਭ ਤੋਂ ਪਹਿਲਾਂ ਇੱਕ ਚੰਗਾ ਇਨਸਾਨ ਹੋਵੇ। ਇਸ ਲਈ ਮੈਂ ਕੋਈ ਉਮਰ, ਕੋਈ ਗਰੁੱਪ ਜਾਂ ਕੋਈ ਕ੍ਰਾਈਟੇਰੀਆ ਨਹੀਂ ਰੱਖਿਆ ਤੇ ਹੁਣ ਤੋਂ ਤੂੰ ਇਸ ਰਾਜ ਦਾ ਨਵਾਂ ਰਾਜਾ ਹੈ। ਤੇ ਫਿਰ ਉਸ ਲੜਕੇ ਨੇ ਰਾਜੇ ਦਾ ਧੰਨਵਾਦ ਕੀਤਾ, ਉਸ ਪਰਮਾਤਮਾ ਦਾ, ਉਸ ਅਕਾਲ ਪੁਰਖ ਦਾ ਧੰਨਵਾਦ ਕੀਤਾ ਤੇ ਉਸ ਰਾਜ ਉੱਤੇ ਨਵਾਂ ਰਾਜਾ ਬਣ ਕੇ ਸ਼ਾਸਨ ਕਰਨ ਲੱਗਾ। ਤਾਂ ਦੋਸਤੋ, ਇਹ ਛੋਟੀ ਜਿਹੀ ਕਹਾਣੀ ਇੱਕ ਬਹੁਤ ਵੱਡੀ ਗੱਲ ਸਿਖਾਉਂਦੀ ਹੈ ਕਿ ਜ਼ਿੰਦਗੀ ਵਿੱਚ ਅਸੀਂ ਸਭ ਲੋਕ ਚਾਹੁੰਦੇ ਹਾਂ ਕਿ ਸਾਰੇ ਲੋਕ ਸਾਨੂੰ ਪਿਆਰ ਕਰਨ, ਸਾਨੂੰ ਚਾਹਣ, ਸਾਡੇ ਬਾਰੇ ਸਭ ਲੋਕ ਜਾਣਨ, ਪਰ ਸਭ ਤੋਂ ਇੰਪੋਰਟੈਂਟ ਕੀ ਚੀਜ਼ ਹੈ ਕਿ ਕੀ ਤੁਸੀਂ ਸਭ ਨੂੰ ਪਿਆਰ ਕਰਨ ਦੇ ਲਈ ਤਿਆਰ ਹੋ? ਕੀ ਤੁਸੀਂ ਸਭ ਦੀ ਮਦਦ ਕਰਨ ਦੇ ਲਈ ਤਿਆਰ ਹੋ? ਤਾਂ ਦੋਸਤੋ, ਇਹ ਕਹਾਣੀ ਬਹੁਤ ਵਧੀਆ ਮੈਸੇਜ ਦਿੰਦੀ ਹੈ ਕਿ ਜੇਕਰ ਤੁਸੀਂ ਜ਼ਿੰਦਗੀ ਵਿੱਚ ਕੁਝ ਬਣਨਾ ਹੈ ਤਾਂ ਸਭ ਤੋਂ ਪਹਿਲਾਂ ਇੱਕ ਚੰਗੇ ਇਨਸਾਨ ਬਣੋ। ਸੋ ਦੋਸਤੋ, इसी जन्म में ये दो काम करो, एक नाम जपो, दूजा प्रेम करो, किसी जीव का दिल ना दुखाना कभी, मौत याद रखो, मालिक से डरो। ਸੋ ਦੋਸਤੋ, ਇੱਥੇ ਹੀ ਇਹ ਕਹਾਣੀ ਖਤਮ ਹੁੰਦੀ ਹੈ। ਤੁਹਾਨੂੰ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਵੀ ਜ਼ਰੂਰ ਕਰਿਓ। ਜਲਦੀ ਮਿਲਦੇ ਹਾਂ ਇੱਕ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਨਾਲ। ਤਦ ਤੱਕ ਲਈ ਧੰਨਵਾਦ।